वाहेगुरु जी का खालसा वाहेगुरु जी की फतेह। बच्चों ਅਸੀਂ ਅੱਜ जो टॉपिक ਕਰਨ जा रहे हैं उस टॉपिक का नाम है डीमोनेटाइजेशन एंड इट्स इंपैक्ट ऑन ई बिजनेस। डीमोनेटाइजेशन ਤੇ ਉਹਦੇ ਕੀ ਇੰਪੈਕਟ ਆ ਈ ਬਿਜ਼ਨਸ ਦੇ ਉੱਤੇ ਜਾਂ ਇਲੈਕਟ੍ਰੋਨਿਕ ਬਿਜ਼ਨਸ ਦੇ ਉੱਤੇ, ਉਹਨੂੰ ਆਪਾਂ ਅੱਜ ਜਿਹੜਾ ਉਹ ਪੜ੍ਹਨਾ ਵਾ। ਉਹ ਤਾਂ ਜੇਕਰ ਆਪਾਂ ਗੱਲ ਕਰੀਏ ਡੀਮੋਨੇਟਾਈਜੇਸ਼ਨ ਦੀ, ਤੇ ਡੀਮੋਨੇਟਾਈਜੇਸ਼ਨ ਦਾ ਮਤਲਬ ਹੁੰਦਾ ਵਾ ਕਿ ਕਰੰਸੀ ਨੂੰ ਰਿਟਾਇਰ ਕਰ ਦੇਣਾ। ਜੋ ਆਲਰੇਡੀ ਕਿਸੇ ਦੇਸ਼ ਦੀ ਐਗਜ਼ਿਸਟਿੰਗ ਕਰੰਸੀ ਆ, ਉਸ ਕਰੰਸੀ ਨੂੰ ਰਿਟਾਇਰ ਕਰਕੇ ਤੇ ਨਿਊ ਕਰੰਸੀ ਜਿਹੜੀ ਆ ਉਹਦੀ ਜਗ੍ਹਾ ਤੇ ਇਸ਼ੂ ਕਰ ਦੇਣਾ, ਨਿਊ ਕਰੰਸੀ ਨੂੰ ਰਿਪਲੇਸ ਕਰ ਦੇਣਾ ਪੁਰਾਣੀ ਕਰੰਸੀ ਦੀ ਜਗ੍ਹਾ ਤੇ, ਉਹਨੂੰ ਆਪਾਂ ਕਹਿੰਦੇ ਆ ਡੀਮੋਨੇਟਾਈਜੇਸ਼ਨ। ਡੀਮੋਨੇਟਾਈਜੇਸ਼ਨ ਜਿਹੜੀ ਆ ਉਹਨੂੰ ਆਪਾਂ ਕਿਉਂ ਕਰਦੇ ਆ, ਕੀ ਕੀਤਾ, ਕਾਹਦੇ ਲਈ ਕੀਤਾ, ਕਿਉਂ, ਮਤਲਬ ਉਹਦਾ ਕੀ ਬੈਨੀਫਿਟਸ ਨੇ, ਕਿਉਂ ਕਰਦੇ ਆ ਆਪਾਂ, ਇਹ ਸਾਰੀਆਂ ਚੀਜ਼ਾਂ ਆਪਾਂ ਆਲਰੇਡੀ ਥੋੜ੍ਹਾ ਬਹੁਤਾ ਜਾਣਦੇ ਵੀ ਹਾਂ, ਕਿਉਂਕਿ ਸਾਡੇ ਨਾਲ ਇਹ ਚੀਜ਼ ਜਿਹੜੀ ਆ ਰੀਸੈਂਟਲੀ ਵਾਪਰੀ ਵੀ ਸੀ। ਕਾਹਦੇ ਵਾਸਤੇ ਕੀਤਾ ਸਾਨੂੰ ਪਤਾ ਵੀ ਆ, ਤੇ ਆਪਾਂ ਅੱਜ ਦੇ ਟੌਪਿਕ ਵਿੱਚ ਇਹਨੂੰ ਡਿਟੇਲ ਦੇ ਵਿੱਚ ਵੀ ਪੜ੍ਹਾਂਗੇ। ਉੱਤੇ ਡੀਮੋਨੇਟਾਈਜੇਸ਼ਨ ਜਿਹੜਾ ਵਾ ਉਹਦਾ ਰੀਜ਼ਨ ਕੀ ਆ? ਰੀਜ਼ਨ ਇਹੋ ਹੀ ਆ ਵੀ ਇਸ ਕਰਕੇ ਆਪਾਂ ਡੀਮੋਨੇਟਾਈਜੇਸ਼ਨ ਕਰਦੇ ਹਾਂ ਤਾਂ ਕਿ ਜਿਹੜੀ ਇਨਫਲੇਸ਼ਨ ਆ, ਇਨਫਲੇਸ਼ਨ ਦਾ ਮਤਲਬ ਹੁੰਦਾ ਵਾ ਕਿ ਮਹਿੰਗਾਈ ਵੱਧਦੀ ਜਾਣੀ, ਉਸ ਨੂੰ ਰੋਕਣ ਵਾਸਤੇ। ਮਹਿੰਗਾਈ ਤਾਂ ਵੱਧਦੀ ਆ ਕਿਉਂਕਿ ਜਦੋਂ ਬਲੈਕ ਮਾਰਕੀਟਿੰਗ ਕੀਤੀ ਜਾਂਦੀ ਆ ਜਾਂ ਕਿਸੇ ਚੀਜ਼ ਦੀ ਚੋਰੀ ਕੀਤੀ ਜਾਂਦੀ ਆ, ਜਮ੍ਹਾਂ ਕਰਕੇ ਰੱਖ ਲਿੱਤਾ ਜਾਂਦਾ, ਤੇ ਉਸ ਚੀਜ਼ ਨੂੰ ਫਿਰ ਕੱਲ੍ਹ ਨੂੰ ਮਹਿੰਗੇ ਪ੍ਰਾਈਸ ਦੇ ਉੱਤੇ ਜਦੋਂ ਵੇਚਿਆ ਜਾਂਦਾ ਵਾ, ਤਾਂ ਮਹਿੰਗੇ ਪ੍ਰਾਈਸ 'ਤੇ ਵੇਚਣ ਕਰਕੇ ਡਿਮਾਂਡ ਤਾਂ ਉਨੀ ਰਹਿਣੀ ਆ, ਮਗਰ ਚੀਜ਼ ਜਿਹੜੀ ਆ ਜੇਕਰ ਉਹਨੂੰ ਆਪਾਂ ਸੰਭਾਲ ਕੇ ਰੱਖ ਲੈਂਦੇ ਆ, ਆਪਾਂ ਮਾਰਕੀਟ ਦੇ ਵਿੱਚ ਲੋਕਾਂ ਤੱਕ ਨਹੀਂ ਪਹੁੰਚਾਉਂਦੇ, ਤਾਂ ਚੀਜ਼ ਫਿਰ ਜਿਹੜੀ ਕੱਲ੍ਹ ਨੂੰ ਆਪਾਂ ਮਹਿੰਗੀ ਵੇਚਦੇ ਆ, ਕਿਉਂਕਿ ਡਿਮਾਂਡ ਤਾਂ ਉਸ ਚੀਜ਼ ਦੀ ਰਹੇਗੀ। ਜਦੋਂ ਮਹਿੰਗੀ ਵਿਕੇਗੀ ਤਾਂ ਪ੍ਰਾਈਸਿਸ ਜਿਹੜੇ ਇਨਕਰੀਜ਼ ਹੁੰਦੇ ਨੇ, ਇਨਕਰੀਜ਼ ਹੋਣ ਕਰਕੇ ਇਨਫਲੇਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਪੈਂਦੀ ਆ। ਇਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਜਿਹੜਾ ਹੋਏਗਾ, ਜੋ ਕਿ ਜ਼ਿਆਦਾ ਮਾਲ ਇਕੱਠਾ ਖਰੀਦ ਕੇ ਮਾਰਕੀਟ 'ਚੋਂ ਰੱਖ ਲੈਂਦੇ ਨੇ, ਤੇ ਜਦੋਂ ਮਾਰਕੀਟ ਦੇ ਵਿੱਚ ਮਾਲ ਦੀ ਕਮੀ ਆਉਂਦੀ ਹੈ ਤਾਂ ਮਹਿੰਗੇ ਰੇਟ 'ਤੇ ਵੇਚਦੇ। ਉਸ ਚੀਜ਼ ਨੂੰ ਰੋਕਣ ਵਾਸਤੇ ਆਪਾਂ ਡੀਮੋਨੇਟਾਈਜੇਸ਼ਨ ਜਿਹੜੀ ਕਰਦੇ ਆ। ਫਿਰ ਕਰਪਸ਼ਨ ਨੂੰ ਰੋਕਣ ਵਾਸਤੇ ਡੀਮੋਨੇਟਾਈਜੇਸ਼ਨ ਜਿਹੜੀ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਜਿਹੜਾ ਵਾ ਪੈਸਾ ਦੇ ਕੇ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਵੋਟਾਂ ਹੀ ਪਵਾਉਣੀਆਂ, ਤੇ ਆਪਾਂ ਲੋਕਾਂ ਨੂੰ ਪੈਸਾ ਦੇਣ ਵਾਸਤੇ ਫੰਡ ਇਕੱਠਾ ਕੀਤਾ ਹੁੰਦਾ ਵਾ, ਤਾਂ ਕਿ ਆਪਾਂ ਲੋਕਾਂ ਨੂੰ ਪੈਸੇ ਦੇਵਾਂਗੇ ਜਦੋਂ ਸਾਡੀ ਵੋਟਾਂ ਆਉਣਗੀਆਂ, ਇਲੈਕਸ਼ਨਸ ਆਉਣਗੇ, ਤੇ ਉਹਨਾਂ ਵਾਸਤੇ ਲੋਕਾਂ ਕੋਲ ਪੈਸਾ, ਜਾਂ ਜਿਹੜੇ ਟੈਰਰਿਸਟਸ ਨੇ, ਟੈਰਰਿਸਟ ਜਿਹੜੇ ਆ ਉਹ ਫੰਡ ਜਿਹੜਾ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਜੇ ਨੂੰ ਟਰਾਂਸਫਰ ਕਰਦੇ ਆ, ਪੈਸੇ ਜੇ ਟਰਾਂਸਫਰ ਕਰਦੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਆਪਾਂ ਜਿਹੜਾ ਵਾ ਇਹ ਡੀਮੋਨੇਟਾਈਜੇਸ਼ਨ ਜਿਹੜੀ ਆ ਉਹ ਕਰਦੇ ਆ, ਤਾਂ ਕਿ ਜਿਹੜੇ ਲੋਕਾਂ ਕੋਲ ਬਲੈਕ ਮਨੀ ਜਾਂ ਇਹੋ ਜਿਹੀ ਚੀਜ਼ ਪਈ ਆ, ਉਹ ਚੀਜ਼ਾਂ ਸਾਰੀਆਂ ਜਿਹੜੀਆਂ ਵਾ ਉਹਨਾਂ ਕੋਲ ਪਈਆਂ ਜਿਹੜੀਆਂ ਵਾ ਉਹ ਕਿਸੇ ਕੰਮ ਦੀਆਂ ਨਾ ਰਹਿਣ। ਇਸ ਕਰਕੇ ਆਪਾਂ ਡੀਮੋਨੇਟਾਈਜੇਸ਼ਨ ਜਿਹੜੀ ਆ ਉਹ ਕਰ ਦਿੰਦੇ ਆ। ਡੀਮੋਨੇਟਾਈਜੇਸ਼ਨ ਜਿਹੜੀ ਆ ਅੱਜ ਤੱਕ ਪੁੱਤ ਆਪਾਂ ਜੇ ਵੇਖੀਏ ਤਾਂ 3 ਵਾਰੀ ਕੀਤੀ ਗਈ ਹੈ। ਪਹਿਲੀ ਵਾਰੀ ਕੀਤੀ ਗਈ ਸੀ 12 ਜਨਵਰੀ 1946 ਦੇ ਵਿੱਚ, ਜਦੋਂ 1000, 5000 ਤੇ 10000 ਦੇ ਨੋਟ ਜਿਹੜੇ ਆ ਉਹਨਾਂ ਨੂੰ ਆਊਟ ਆਫ ਸਰਕੂਲੇਸ਼ਨ ਜਿਹੜਾ ਵਾ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ, ਆਪਾਂ ਰਿਟਾਇਰ ਕਰ ਦਿੱਤਾ ਸੀ। ਸੈਕਿੰਡ ਟਾਈਮ ਜਿਹੜੀ ਆ 16 ਜਨਵਰੀ 1978 ਦੇ ਵਿੱਚ ਕੀਤੀ ਗਈ ਸੀ। 1000, 5000 ਤੇ 10000 ਦੇ ਨੋਟਾਂ ਨੂੰ ਉਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਵੀ ਆਪਾਂ ਆਊਟ ਆਫ ਸਰਕੂਲੇਸ਼ਨ ਕੱਢ ਲਿਆ ਸੀ। ਤੇ ਥਰਡ ਟਾਈਮ ਰੀਸੈਂਟਲੀ ਜਿਹੜੀ ਹੋਈ ਆ 8 ਨਵੰਬਰ 2016 ਨੂੰ, ਜਿਹਦੇ ਵਿੱਚ 500 ਤੇ 1000 ਦੇ ਨੋਟ ਜਿਹੜੇ ਆ ਉਹਨਾਂ ਕਰੰਸੀ ਨੋਟਸ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਆਪਾਂ ਰਿਟਾਇਰ ਕਰ ਲਿਆ ਸੀ ਕਰੰਸੀ ਨੂੰ। ਕਾਹਦੇ ਵਾਸਤੇ ਕੀਤਾ ਗਿਆ ਸੀ? ਟੂ ਐਰੀਡੀਕੇਟ ਕਾਊਂਟਰਫਿਟ ਕਰੰਸੀ, ਫਾਈਟ ਟੈਕਸ ਇਵੇਸ਼ਨ, eliminate black money gotten from money laundering, terrorist financing activity ਤੇ promote cashless economy। ਕਾਹਦੇ ਵਾਸਤੇ ਕੀਤਾ ਗਿਆ? ਜਿਹੜੇ ਲੋਕ ਮੰਨ ਲਓ ਤੁਸੀਂ ਜਿਹੜੇ ਟੈਕਸ ਨਹੀਂ ਪੇ ਕਰਦੇ, ਜਿਹੜੇ ਬਲੈਕ ਮਨੀ ਜਿਹੜੀ ਆ, ਬਲੈਕ ਮਾਰਕੀਟਿੰਗ ਜਿਹੜੀ ਆ, ਜਿਨ੍ਹਾਂ ਕੋਲ ਬਲੈਕ ਮਨੀ ਪਈ ਆ, ਕਈ ਵਾਰੀ ਉਹ ਆਪਣਾ ਟੈਕਸ ਬਚਾਉਂਦੇ ਨੇ, ਉਹ ਜਿਹੜਾ ਪੈਸਾ ਪਿਆ ਜੋ ਬੈਂਕਾਂ ਦੇ ਵਿੱਚ ਜਮ੍ਹਾਂ ਨਹੀਂ ਕਰਾਉਂਦੇ ਜਾਂ ਗੌਰਮੈਂਟ ਦੀ ਨਜ਼ਰਾਂ ਦੇ ਵਿੱਚ ਨਹੀਂ ਆਉਂਦਾ, ਜਿਨ੍ਹਾਂ ਉੱਤੇ ਗੌਰਮੈਂਟ ਨੇ ਟੈਕਸ ਲੈਣਾ, ਉਹ ਟੈਕਸ ਜਿਹੜੀ ਫਿਰ ਗੌਰਮੈਂਟ ਉਹਨਾਂ ਚਿਰ ਨਹੀਂ ਲੈ ਸਕਦੀ ਜਿੰਨਾ ਚਿਰ ਤੱਕ ਗੌਰਮੈਂਟ ਦੀ ਨਜ਼ਰਾਂ 'ਚ ਨਹੀਂ ਹੁੰਦਾ। ਉਸ ਚੀਜ਼ ਨੂੰ ਰੋਕਣ ਵਾਸਤੇ ਮਨੀ ਲਾਂਡਰਿੰਗ ਜਿਹੜੀ ਆ, ਚੋਰੀ ਜਿਹੜੀ ਆ, ਉਹਨਾਂ ਨੂੰ ਰੋਕਣ ਵਾਸਤੇ ਫਿਰ ਟੈਰਰਿਸਟ ਫਾਈਨੈਂਸਿੰਗ ਐਕਟੀਵਿਟੀ ਕਿ ਜਿਹੜੇ ਬਾਹਰਲੇ ਦੂਸਰੇ ਜਿਹੜੇ ਦੇਸ਼ ਨੇ, ਜਿਸ ਤਰ੍ਹਾਂ ਆਪਾਂ ਕਹਿ ਦਈਏ ਕੋਈ ਪਾਕਿਸਤਾਨ ਵਰਗਾ ਵਾ
ਜਾਂ ਦੂਸਰੇ ਜਿਹੜੇ ਦੇਸ਼ ਨੇ, ਤੇ ਉਹ ਜਿਹੜੇ ਲੋਕ ਨੇ ਉਹ ਟੈਰਰਿਸਟ ਫੰਡ ਜਿਹੜਾ ਵਾ ਇੰਡੀਆ ਦੇ ਵਿੱਚ ਰਹਿ ਕੇ ਤੇ ਇੰਡੀਆ ਦੀ ਕਰੰਸੀ ਚੱਲਣੀ ਹੈ ਤੇ ਉਹ ਫਿਰ ਡੁਪਲੀਕੇਟ ਕਰੰਸੀ ਛਾਪ ਲੈਂਦੇ ਆ ਕਿਸੇ ਵੀ ਦੇਸ਼ ਦੀ, ਤੇ ਉਹ ਕਰੰਸੀ ਜਿਹੜੀ ਆ ਉਹਨੂੰ ਆਪਣੇ ਦੇਸ਼ ਦੇ ਵਿੱਚ ਸਰਕੂਲੇਟ ਕਰਦੇ ਸੀ। ਡੁਪਲੀਕੇਟ ਆਪਾਂ ਵੇਖਦੇ ਨਾ 500 ਦੇ ਨੋਟ ਨਕਲੀ ਚੱਲ ਰਹੇ, 1000 ਦੇ ਨੋਟ ਨਕਲੀ ਚੱਲ ਰਹੇ, ਉਹ ਸਾਰੀਆਂ ਫਾਈਨੈਂਸਿੰਗ ਐਕਟੀਵਿਟੀਜ਼ ਜਿਹੜੀਆਂ ਨੇ ਟੈਰਰਿਸਟ ਦੁਆਰਾ ਕੀਤੀਆਂ ਜਾਂਦੀਆਂ ਹੈ। ਪੈਸਾ ਜਿਹੜਾ ਵਾ ਜੇ ਮੰਨ ਲਓ ਇੱਕ ਮਾਰਕੀਟ ਦੇ ਵਿੱਚ 1 ਕਰੋੜ ਰੁਪਈਆ ਚੱਲ ਰਿਹਾ ਤੇ ਉਹਦੇ ਵਿੱਚ ਜੇ ਮੰਨ ਲਓ ਤੁਸੀਂ 20,000 50,000 ਲੱਖ ਰੁਪਈਆ ਨਕਲੀ ਵਿੱਚ ਚੱਲਦਾ ਪਿਆ ਵਾ ਜਾਂ 20,000 50,000 ਵੀ ਨਕਲੀ ਚੱਲਦਾ ਪਿਆ, ਤੇ ਉਹਦੇ ਨਾਲ ਕੀ ਆ, ਜਿਸ ਬੰਦੇ ਕੋਲ ਉਹ ਚੀਜ਼ ਜਾਏਗੀ ਉਹਦਾ ਕੀ ਆ, ਨੁਕਸਾਨ ਆ। ਤੇ ਇਹ ਜਿਹੜੀਆਂ ਇਹੋ ਜਿਹੀਆਂ ਫਾਈਨੈਂਸਿੰਗ ਐਕਟੀਵਿਟੀਜ਼ ਨੇ ਇਹਨਾਂ ਨੂੰ ਰੋਕਣ ਵਾਸਤੇ ਜਾਂ ਪ੍ਰਮੋਟ ਕਰਨਾ ਆਪਾਂ ਕੈਸ਼ਲੈਸ ਇਕੋਨਮੀ, ਕਿ ਕੈਸ਼ ਦੀ ਯੂਜ਼ ਘੱਟ ਤੋਂ ਘੱਟ ਕੀਤਾ ਜਾਵੇ, ਵੱਧ ਤੋਂ ਵੱਧ ਜਿਹੜੀ ਆ ਤੁਹਾਡੇ ਕੋਲ ਜਿਹੜੀ ਆ ਪਲਾਸਟਿਕ ਮਨੀ ਦਾ ਯੂਜ਼ ਕੀਤਾ ਜਾਵੇ, ATM ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇਹਨਾਂ ਚੀਜ਼ਾਂ ਦਾ ਯੂਜ਼ ਕੀਤਾ ਜਾਵੇ। ਇਸ ਕਰਕੇ ਆਪਾਂ ਜਿਹੜਾ ਵਾ ਡੀਮੋਨੇਟਾਈਜੇਸ਼ਨ ਜਿਹੜੀ ਆ ਉਹ ਕਰਦੇ ਹਾਂ। ਡੀਮੋਨੇਟਾਈਜੇਸ਼ਨ ਜਿਹੜੀ ਆ ਉਹਦੇ ਕਰਨ ਦੇ ਨਾਲ ਕਹਿੰਦੇ ਵੀ ਕਈ ਤਰ੍ਹਾਂ ਦੇ ਇਫੈਕਟਸ ਜਿਹੜੇ ਨੇ ਉਹ ਪਏ ਨੇ ਈ ਬਿਜ਼ਨਸ ਦੇ ਉੱਤੇ। ਉਹਨਾਂ ਕਰਕੇ ਕੀ ਹੋਇਆ ਕਿ ਜਦੋਂ ਇਫੈਕਟ ਆਫ ਡੀਮੋਨੇਟਾਈਜੇਸ਼ਨ ਜਿਹੜੇ ਪਏ ਈ ਬਿਜ਼ਨਸ ਦੇ ਉੱਤੇ, ਉਹਨਾਂ 'ਚ ਪਹਿਲੋਂ ਕੀ ਸੀ ਕਿ ਜਦੋਂ ਆਪਾਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ 2016 ਤੋਂ ਵੀ ਪਹਿਲੋਂ ਚੱਲਦੀਆਂ ਸੀ। ਨੈੱਟ ਬੈਂਕਿੰਗ ਵੀ ਚੱਲਦੀ ਸੀ, ਨੈਫਟ ਚੱਲਦਾ ਸੀ, RTGS ਚੱਲਦਾ ਸੀ। ਨੈਫਟ ਮਤਲਬ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਕਰਦੇ ਆਪਾਂ ਇੱਕ ਬੈਂਕ ਤੋਂ ਦੂਸਰੇ ਬੈਂਕ 'ਚ, ਰੀਅਲ ਟਾਈਮ ਗਰੋਸ ਸੈਟਲਮੈਂਟ ਕਰਦੇ ਹਾਂ, RTGS, Paytm, Airtel ਮਨੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੋਂ ਵੀ ਇਹ ਤੋਂ ਜਿਹੜੀਆਂ ਉਹ ਚੱਲਦੀਆਂ ਸੀ। ਮਗਰ ਜ਼ਿਆਦਾ ਲੋਕ ਜਿਹੜੇ ਆ ਉਹ ਕਰੰਸੀ ਦੇ ਉੱਤੇ ਡਿਪੈਂਡ ਕਰਦੇ ਸੀ। 500 ਤੇ 1000 ਦੇ ਨੋਟ ਜਿਹੜੇ ਸਾਡੇ ਚੱਲਦੇ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਸੀ। 86% ਆਲਮੋਸਟ 86% ਜਿਹੜੀ ਆ ਕਰੰਸੀ ਜਿਹੜੀ ਆ ਦੇਸ਼ ਦੀ ਉਹ ਨੋਟਾਂ ਦੇ ਥਰੂ ਹੀ ਜਿਹੜਾ ਵਾ ਸਿਸਟਮ ਜਿਹੜਾ ਵਾ ਉਹ ਚੱਲਦਾ ਸੀ 86%। ਮਗਰ ਜਦੋਂ ਗੌਰਮੈਂਟ ਨੇ 8 ਨਵੰਬਰ 2016 ਨੂੰ ਡੀਮੋਨੇਟਾਈਜੇਸ਼ਨ ਕੀਤੀ, ਤੇ ਉਹ ਡੀਮੋਨੇਟਾਈਜੇਸ਼ਨ ਕਰਨ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਕੋਈ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਨੇ ਗਰੋਸਰੀ, ਪੈਟਰੋਲ ਵਗੈਰਾ ਜਿਹੜੇ ਆ ਉਹਨਾਂ ਵਾਸਤੇ ਕੈਸ਼ ਦਾ ਯੂਜ਼ ਜਿਹੜਾ ਉਹ ਕਰਦੇ ਸੀ। ਮਗਰ ਜਦੋਂ ਡੀਮੋਨੇਟਾਈਜੇਸ਼ਨ ਹੋ ਗਈ ਉਦੋਂ ਕੈਸ਼ ਦੀ ਜਿਹੜੀ ਆ ਕਮੀ ਆ ਗਈ, ਕਿਉਂਕਿ ਗੌਰਮੈਂਟ ਨੇ ਪੁਰਾਣੇ ਜਿਹੜੇ 500 ਤੇ 1000 ਦੇ ਨੋਟ ਸੀ ਸਾਰੇ ਜਿਹੜੇ ਆ ਉਹਨਾਂ ਨੂੰ ਕੀ ਕਰਤਾ, ਬੈਨ ਕਰਤਾ। ਤੇ ਲੋਕਾਂ ਨੂੰ ਫਿਰ ਜਦੋਂ ਨੋਟ ਬੈਨ ਹੋ ਗਏ ਤੇ ਲੋਕਾਂ ਕੋਲ ਪੈਸਾ ਜਿਹੜਾ ਉਹ ਲਿਮਿਟਿਡ ਰਹਿ ਗਿਆ, ਲੋਕਾਂ ਦੀ ਪਰਚੇਜ਼ਿੰਗ ਪਾਵਰ ਕੀ ਰਹਿ ਗਈ, ਲਿਮਿਟਿਡ ਰਹਿ ਗਈ। ਨੇ ਤੇ ਲੋਕ ਜਿਹੜੇ ਸੀ ਪੈਟਰੋਲ ਇਹੋ ਜਿਹੀ ਚੀਜ਼ਾਂ ਦੇ ਕੈਸ਼ ਹੀ ਜਿਹੜਾ ਉਹ ਖਰਚਦੇ ਸੀ। ਫਿਰ ਗੌਰਮੈਂਟ ਨੇ ਜਦੋਂ ਉਹਨਾਂ ਉੱਤੇ ਬੈਨ ਕਰਤਾ 500 ਤੇ 1000 ਦੇ ਨੋਟਾਂ ਦੇ ਉੱਤੇ, ਤੇ ਜਦੋਂ ਲੋਕਾਂ ਦੀ ਪਰਚੇਜ਼ਿੰਗ ਪਾਵਰ ਜਿਹੜੀ ਆ ਉਹ ਲਿਮਿਟਿਡ ਰਹਿ ਗਈ, ਤੇ ਫਿਰ ਲੋਕਾਂ ਨੇ ਕੀ ਕਰਨਾ ਸ਼ੁਰੂ ਕਰਤਾ ਕਿ ਲੋਕਾਂ ਨੇ ਫਿਰ ਆਪਣੇ ATM ਵਗੈਰਾ ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਯੂਜ਼ ਕਰਨਾ ਸ਼ੁਰੂ ਕਰਤਾ। ਤੇ ਜਿਹੜੇ ਲੋਕਾਂ ਨੂੰ ਕੈਸ਼ ਦੀ ਜ਼ਰੂਰਤ ਪੈਂਦੀ ਸੀ ਫਿਰ ਉਹਨਾਂ ਨੂੰ ਫਿਰ ਬੈਂਕਾਂ ਦੇ ਵਿੱਚ ਜਾ ਕੇ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀ, ਕਿਉਂਕਿ 올ਡ ਨੋਟ ਨੂੰ ਰਿਪਲੇਸ ਕਰਕੇ ਨਿਊ ਨੋਟ ਮਿਲਨੇ ਸੀ, ਕਿਉਂਕਿ ਹੁਣ ਤੇ ਨਿਊ ਨੋਟ ਜਿਹੜੇ ਆ ਚੱਲਣੇ ਆ। ਤੇ ਨਿਊ ਨੋਟ ਵਾਸਤੇ ਕਾਫੀ ਜਿਹੜਾ ਟਾਈਮ ਜਿਹੜਾ ਉਹਨਾਂ ਦਾ ਵੇਸਟ ਜਿਹੜਾ ਉਹ ਹੁੰਦਾ ਸੀ, ਜਿਨ੍ਹਾਂ ਕਰਕੇ ਕੀ ਸੀ ਕਿ ਜਿਹੜੀਆਂ ATM ਵਗੈਰਾ ਜਾਂ ਮਸ਼ੀਨਾਂ ਵੀ ਜਿਹੜੀਆਂ ਸੀ ਲੋਕੀ ਉਹ 'ਚੋਂ ਹੀ ਪੈਸੇ ਵਿਡਰਾ ਕਰਨ ਲੱਗ ਪਏ, ਤੇ ਪਿੱਛੇ ਕਰੰਸੀ ਦੀ ਕਮੀ ਆ ਗਈ, ਕਿਉਂਕਿ ਨਵੇਂ ਨੋਟ ਉਹਨੇ ਛਾਪਦੇ ਨਹੀਂ ਸੀ ਪਏ ਜਿੰਨੇ ਲੋਕਾਂ ਦੀ ਜਿਹੜੀ ਡਿਮਾਂਡ ਉਹ ਹੈਗੀ ਸੀ। ਤੇ ਉਸ ਚੀਜ਼ ਨੂੰ ਫਿਰ ਰੋਕਣ ਵਾਸਤੇ ਗੌਰਮੈਂਟ ਨੇ ਕੀ ਕੀਤਾ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਕੈਸ਼ਲੈਸ ਚੀਜ਼ਾਂ ਜਿਹੜੀਆਂ ਵਾ, ਪਲਾਸਟਿਕ ਮਨੀ ਜਿਹੜੀ ਆ ਉਹਦਾ ਯੂਜ਼ ਕਰਨਾ ਸ਼ੁਰੂ ਜਿਹੜਾ ਉਹ ਕਰੋ। ਹੁਣ ਜਦੋਂ ਉਹਨਾਂ ਨੇ ਗੌਰਮੈਂਟ ਨੇ ਇਸ ਚੀਜ਼ ਨੂੰ ਬੈਨ ਕੀਤਾ ਸੀ, ਤੇ ਉਸ ਬੈਨ ਕਰਨ ਦੇ ਨਾਲ ਜਿਹੜੇ ਬਿਜ਼ਨਸਿਸ ਸੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇੰਪੈਕਟ ਪਿਆ, ਕਿਉਂਕਿ ਜਿਹੜੇ ਬਿਜ਼ਨਸਿਸ ਕਹਿੰਦੇ ਸੀ ਕਿ ਆਪਾਂ ਪੁਰਾਣੇ ਨੋਟ ਨਹੀਂ ਲੈਣੇ, ਆਪਾਂ ਨਵੇਂ ਨੋਟ ਹੀ ਲੈਣੇ, ਤੇ ਨਵੇਂ ਨੋਟਾਂ ਵਾਸਤੇ ਲੋਕਾਂ ਨੂੰ ਹੁਣ ਬੈਂਕਾਂ ਦੀ ਲਾਈਨਾਂ 'ਚ ਲੱਗਣਾ ਪੈਂਦਾ ਸੀ। ਤੇ ਉਹਦੇ ਕਰਕੇ ਕੀ ਆ ਕਿ ਈ ਬਿਜ਼ਨਸ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਉਹ ਆਈਆਂ। ਹੁਣ ਕਾਫੀ ਜ਼ਿਆਦਾ ਪ੍ਰੋਬਲਮਸ ਉਹਨਾਂ ਦੇ ਵਿੱਚ ਆਈਆਂ, ਮਗਰ ਜਦੋਂ ਲੋਕਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਨਹੀਂ, ਜੇਕਰ ਆਪਾਂ ਕੈਸ਼ ਦੀ ਜਗ੍ਹਾ ਦੇ ਉੱਤੇ ਪਲਾਸਟਿਕ ਮਨੀ, ATM ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇਹਨਾਂ ਚੀਜ਼ਾਂ ਦਾ ਯੂਜ਼ ਕਰੀਏ, ਔਨਲਾਈਨ ਪੇਮੈਂਟ ਸਿਸਟਮ ਯੂਜ਼ ਕਰੀਏ, ਤੇ ਉਹਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ। ਤੇ ਉਹਦਾ ਇੰਪੈਕਟ ਕੁਝ ਪੋਜ਼ਿਟਿਵ ਵੀ ਪੈਣਾ ਸ਼ੁਰੂ ਹੋਇਆ ਈ ਬਿਜ਼ਨਸ 'ਤੇ, ਕਿ ਆਪਾਂ ਕਹਿ ਸਕਦੇ ਵੀ ਜੇ ਇੱਕ ਨੈਗੇਟਿਵ ਇੰਪੈਕਟ ਪਏ ਤੇ ਕੁਝ ਪੋਜ਼ਿਟਿਵ ਇੰਪੈਕਟ ਵੀ ਪਏ। ਫਿਰ ਜਿਸ ਤਰ੍ਹਾਂ ਕਿਹੜੇ ਆਪਾਂ ਕਹਿ ਸਕਦੇ ਇਫੈਕਟ ਹੋਏ ਡੀਨੋਮੀਨੇਸ਼ਨ ਦੇ, ਕਹਿੰਦਾ ਕੰਪਲਸ਼ਨ ਟੂ ਬਿਕਮ ਟੈਕਸ ਹੈਵੀ। ਹੁਣ ਜਦੋਂ 500 ਤੇ 1000 ਦੇ ਨੋਟ ਜਿਹੜੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ, ਤੇ ਫਿਰ ਜਿਹੜੀ ਟੈਕਨੋਲੋਜੀ ਸੀ ਉਹ ਬੂਸਟ ਹੋਈ। ਟੈਕਨੋਲੋਜੀ ਬੂਸਟ ਹੋਣ ਦਾ ਮਤਲਬ ਕੀ ਆ ਕਿ ਜਿਹੜੇ ਟੀਨੇਜਰ ਆ ਜਾਂ ਯੂਥ ਹੈਗਾ ਵਾ ਜਾਂ ਮਿਡਲ ਏਜ ਪੀਪਲ ਹੈਗੇ, ਉਹਨਾਂ ਨੇ ਕੀ ਕੀਤਾ, ਫਿਰ ਈ ਪੇਮੈਂਟ ਐਪਸ ਜਿਹੜੀਆਂ ਉਹਨਾਂ ਨੂੰ ਡਾਊਨਲੋਡ ਕਰਨਾ ਸ਼ੁਰੂ ਕਰਤਾ। ਮਤਲਬ ਟੈਕਨੀਕਲੀ ਉਹਨਾਂ ਨੇ ਇਹ ਸੋਚਿਆ ਕਿ ਜੇਕਰ ਆਪਾਂ ਕੋਲ ਪੈਸੇ ਨਹੀਂ ਹੈਗੇ ਤੇ ਆਪਾਂ ਔਨਲਾਈਨ ਸਿਸਟਮ ਦੇ ਨਾਲ ਵੀ ਤੇ ਆਪਣੀਆਂ ਚੀਜ਼ਾਂ ਜਿਹੜੀਆਂ ਖਰੀਦ ਸਕਦੇ ਆ, ਵੇਚ ਸਕਦੇ। ਉਹਨਾਂ ਨੇ ਫਿਰ ਜਿਹੜੀਆਂ ਈ ਪੇਮੈਂਟ ਸਿਸਟਮ ਐਪ ਆ ਉਹਨਾਂ ਨੂੰ ਆਪਾਂ ਡੀਮੋਨੇਟਾਈਜੇਸ਼ਨ ਤੋਂ ਬਾਅਦ ਉਹਨਾਂ ਨੂੰ ਜ਼ਿਆਦਾ ਯੂਜ਼ ਕਰਨਾ ਸ਼ੁਰੂ ਜਿਹੜਾ ਉਹ ਕਰਤਾ। ਫਿਰ ਉਹਨਾਂ ਨੂੰ ਕਸਟਮਰਸ ਨੂੰ, ਜਿਹੜੇ ਕਸਟਮਰ ਈ ਪੇਮੈਂਟ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਫਿਰ
कई तरह के ਜਿਹੜੇ ਕੰਪਨੀਜ਼ ਵਾਲੇ ਨੇ ਉਹਨਾਂ ਨੇ ਰਿਵਾਰਡ ਦੇਣੇ ਸ਼ੁਰੂ ਕਰਤੇ, ਬਾਏ ਬੈਕ ਦੇਣੇ ਸ਼ੁਰੂ ਕਰਤੇ, ਨਵੇਂ ਕਸਟਮਰ ਜਿਹੜੇ ਉਹ ਅਟਰੈਕਟ ਹੋ ਗਏ ਤੇ ਇਹਦਾ ਵੀ ਇੱਕ ਇੰਪੈਕਟ ਪਿਆ ਕਿ ਟੈਕਨੋਲੋਜੀ ਜਿਹੜੀ ਆ ਉਹ ਜ਼ਿਆਦਾ ਯੂਜ਼ ਜਿਹੜੀ ਹੋਣੀ ਸ਼ੁਰੂ ਹੋ ਗਈ। ਇੱਕ ਪਹਿਲਾ ਇੰਪੈਕਟ ਈ ਬਿਜ਼ਨਸ ਉੱਤੇ ਇਹ ਪਿਆ। ਦੂਸਰਾ ਇਨਕਰੀਜ਼ ਇਨ ਈ ਟ੍ਰਾਂਜੈਕਸ਼ਨ। ਜਦੋਂ ਈ ਬਿਜ਼ਨਸ ਕਹਿੰਦਾ ਪਿਆ ਵੀ ਜਦੋਂ ਡੀਮੋਨੇਟਾਈਜੇਸ਼ਨ ਕੀਤੀ ਗਈ ਤੇ 90% ਟ੍ਰਾਂਜੈਕਸ਼ਨ ਜਿਹੜੀਆਂ ਸੀ ਉਹ ਕੈਸ਼ ਦੇ ਨਾਲ ਉਦੋਂ ਉਸ ਟਾਈਮ ਤੇ ਹੁੰਦੀਆਂ ਸੀ। ਜਦੋਂ ਡੀਮੋਨੇਟਾਈਜੇਸ਼ਨ ਕੀਤੀ ਗਈ ਉਸ ਤੋਂ ਬਾਅਦ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਕੈਸ਼ ਵਾਲੀਆਂ ਉਹ ਘਟ ਗਈਆਂ ਕਿਉਂਕਿ ਲੋਕਾਂ ਕੋਲ ਪੈਸਾ ਹੈ ਰਹਿ ਹੀ ਨਹੀਂ ਗਿਆ ਤੇ ਜਿਹੜੇ ਲੋਕਾਂ ਕੋਲ ਪੈਸਾ ਹੁੰਦਾ ਵੀ ਸੀ ਉਹ ਫਿਰ ਹੈਜੀਟੇਟ ਕਰਦੇ ਸੀ ਇਹਨਾਂ ਨੂੰ ਖਰਚਣ ਵਾਸਤੇ ਕਿਉਂਕਿ ਬਾਅਦ 'ਚ ਫਿਰ ਲਾਈਨਾਂ 'ਚ ਲਾ ਕੇ ਪੈਸਾ ਜਿਹੜਾ ਉਹ ਲੈਣਾ ਪੈਂਦਾ ਸੀ। ਤੇ ਜਿਹੜੇ ਲੋਕ ਡਰਦੇ ਸੀ ਨੈੱਟ ਬੈਂਕਿੰਗ ਤੋਂ, ਏਅਰਟੈਲ ਮਨੀ ਤੋਂ, ਪੇਟੀਐਮ ਤੋਂ, ਜਿਨ੍ਹਾਂ ਨੂੰ ਇਹੋ ਜਿਹੀ ਪ੍ਰੋਬਲਮ ਆਉਂਦੀ ਸੀ ਕਿ ਆਪਾਂ ਨੂੰ ਕੱਲ੍ਹ ਨੂੰ ਕੋਈ ਸਾਡੇ ਨਾਲ ਪ੍ਰੋਬਲਮ ਨਾ ਹੋ ਜਾਏ, ਆਪਾਂ ਨਾਲ ਕੋਈ ਮਿਸ ਹੈਪਨਿੰਗ ਨਾ ਹੋ ਜਾਏ, ਉਹ ਲੋਕਾਂ ਨੇ ਵੀ ਫਿਰ ਜਿਹੜਾ ਵਾ ਈ ਟ੍ਰਾਂਜੈਕਸ਼ਨ ਦਾ ਯੂਜ਼ ਕਰਨਾ ਸ਼ੁਰੂ ਜਿਹੜਾ ਉਹ ਕਰਤਾ। ਫਿਰ ਲੋਕ ਜਿਹੜੇ ਗਰੋਸਰੀ, ਪੈਟਰੋਲ, ਸਕੂਲ ਫੀਸ ਇਹ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਜਦੋਂ ਕੈਸ਼ ਦੀ ਫਾਰਮ 'ਚ ਪਹਿਲਾਂ ਪੈਸੇ ਦਿੰਦੇ ਸੀ ਉਹਨਾਂ ਨੂੰ ਵੀ ਔਨਲਾਈਨ ਪੇਮੈਂਟ ਸਿਸਟਮ ਦੇ ਨਾਲ ਜਿਹੜਾ ਉਹਨਾਂ ਨੇ ਸ਼ੁਰੂ ਕਰਤਾ। ਤੇ ਇਹਦਾ ਰਿਜ਼ਲਟ ਇਹੋ ਹੀ ਨਿਕਲਿਆ ਕਿ ਫਿਰ ਲੋਕਾਂ ਨੇ ਕੈਸ਼ ਤੋਂ ਚੇਂਜ ਹੋ ਕੇ ਜਿਹੜਾ ਈ ਬਿਜ਼ਨਸ ਵਾਲੀਆਂ ਈ ਟ੍ਰਾਂਜੈਕਸ਼ਨਸ ਵੱਲ ਜਿਹੜਾ ਜ਼ਿਆਦਾ ਯੂਜ਼ ਕਰਨਾ ਉਹਨਾਂ ਦਾ ਜਿਹੜਾ ਸ਼ੁਰੂ ਉਹ ਕਰਤਾ, ਉਧਰ ਨੂੰ ਮੂਵ ਜਿਹੜਾ ਉਹ ਜ਼ਿਆਦਾ ਕਰਕੇ। ਤੇ ਦੇਸ਼ ਦੇ ਵਿੱਚ ਈ ਟ੍ਰਾਂਜੈਕਸ਼ਨਸ ਜਿਹੜੀਆਂ ਉਹਨਾਂ ਦੀ ਜਿਹੜੀ ਆ ਅਮਾਊਂਟ ਜਿਹੜੀ ਆ ਉਹ ਵੱਧ ਗਈ। ਈ ਟ੍ਰਾਂਜੈਕਸ਼ਨਸ ਫਿਰ ਜ਼ਿਆਦਾ ਹੋਣੀਆਂ ਸ਼ੁਰੂ ਜਿਹੜੀਆਂ ਉਹ ਹੋ ਗਈਆਂ। ਫਿਰ ਉਸ ਤੋਂ ਬਾਅਦ ਇੰਪੈਕਟ ਔਨ ਕੰਪਨੀ ਡੂਇੰਗ ਔਨਲਾਈਨ ਬਿਜ਼ਨਸਿਸ। ਕਹਿੰਦਾ ਪਿਆ ਕਿ ਜਿਹੜੇ ਬਿਜ਼ਨਸਿਸ ਔਨਲਾਈਨ ਕੰਮ ਕਰਦੇ ਸੀ, ਈ ਬਿਜ਼ਨਸ ਕਰਦੇ ਸੀ, ਈ ਕਮਰਸ ਦੇ ਥਰੂ ਕੰਮ ਕਰਦੇ ਸੀ, COD ਕੈਸ਼ ਔਨ ਡਿਲੀਵਰੀ ਦੇ ਬੇਸ ਦੇ ਉੱਤੇ ਕੰਮ ਕਰਦੇ ਸੀ, COD, ਉਹਨਾਂ ਲੋਕਾਂ ਦੇ ਬਿਜ਼ਨਸ ਨੂੰ ਵੀ ਇੰਪੈਕਟ ਪਿਆ। ਕਿਉਂ ਇੰਪੈਕਟ ਪਿਆ? ਕਿਉਂਕਿ ਉਹਨਾਂ ਨੇ ਕੈਸ਼ ਔਨ ਡਿਲੀਵਰੀ ਦੇ ਕਰਕੇ ਉਹਨਾਂ ਦਾ ਕੰਮ ਜਿਹੜਾ ਘਟ ਗਿਆ। ਐਮਾਜ਼ੋਨ ਹੋ ਗਏ, ਫਲਿੱਪਕਾਰਟ ਹੋ ਗਏ, ਇਹੋ ਜਿਹੇ ਲੋਕਾਂ ਨੇ ਆਪਸ਼ਨਸ ਦਿੱਤੀਆਂ ਹੋਈਆਂ ਸੀ ਕਿ ਤੁਸੀਂ ਚੀਜ਼ ਘਰ ਮੰਗਵਾ ਲਓ ਤੇ ਤੁਸੀਂ ਕੈਸ਼ ਔਨ ਡਿਲੀਵਰੀ ਘਰ ਵੀ ਪੈਸੇ ਜਿਹੜੇ ਆ ਉਹ ਦੇ ਸਕਦੇ ਹੋ। ਮਗਰ ਜਦੋਂ ਨੋਟ ਹੀ ਬੈਨ ਹੋ ਗਏ, ਕਰੰਸੀ ਦੇਸ਼ ਦੇ ਵਿੱਚ ਰਹੀ ਨਹੀਂ ਤੇ ਉਹਦੇ ਕਰਕੇ ਕੀ ਹੋਇਆ, ਫਿਰ ਲੋਕਾਂ ਕੋਲ ਪੈਸਾ ਹੀ ਨਹੀਂ ਹੈਗਾ ਸੀ ਕਿ ਲੋਕ ਉਹਨਾਂ ਨੂੰ ਪੈਸੇ ਦੇਣ ਤੇ ਉਹਨਾਂ ਕੋਲ ਚੀਜ਼ ਮੰਗਾਉਣ, ਜਿਨ੍ਹਾਂ ਕਰਕੇ ਉਹਨਾਂ ਦੇ ਬਿਜ਼ਨਸ ਤੇ ਬਹੁਤ ਜ਼ਿਆਦਾ ਇੰਪੈਕਟ ਜਿਹੜਾ ਉਹ ਪਿਆ। ਹੁਣ ਜਿੱਦਾਂ ਜ਼ੋਮੈਟੋ ਵਾਲੇ ਨੇ ਜਾਂ ਇਹੋ ਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਦਾ 60-70% ਜਿਹੜਾ ਵਾ ਕੈਸ਼ ਦੇ ਬੇਸ 'ਤੇ ਹੀ ਬਿਜ਼ਨਸ ਜਿਹੜਾ ਉਹ ਚੱਲਦਾ ਵਾ, ਕੈਸ਼ ਔਨ ਡਿਲੀਵਰੀ ਦੇ ਬੇਸ 'ਤੇ। ਹੁਣ ਉਹਨਾਂ ਲੋਕਾਂ ਦਾ ਬਿਜ਼ਨਸ ਵੀ ਠੱਪ ਹੋ ਗਿਆ। ਫਿਰ ਉਹਨਾਂ ਨੇ ਕੀ ਸਿਸਟਮ ਲਾਇਆ ਕਿ ਉਹਨਾਂ ਨੇ ਕਿਹਾ ਵੀ ਜੇਕਰ ਆਪਣਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਬਿਜ਼ਨਸ ਖਰਾਬ ਹੋਏਗਾ। ਉਹਨਾਂ ਨੇ ਫਿਰ ਜਿਹੜੀਆਂ ਵਾ POS ਮਸ਼ੀਨ ਜਿਹੜੀਆਂ ਵਾ, ਪੁਆਇੰਟ ਆਫ ਸੇਲ ਮਸ਼ੀਨ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਣੇ ਜਿਹੜੇ ਸੇਲਸ ਐਗਜ਼ੀਕਿਊਟਿਵ ਨੇ ਜਾਂ ਜਿਹੜੇ ਲੋਕ ਘਰਾਂ ਦੇ ਵਿੱਚ ਦੇਣ ਜਾਂਦੇ ਨੇ, ਸਮਾਨ ਦੇਣ ਜਾਂਦੇ ਉਹਨਾਂ ਨੂੰ ਫਿਰ ਉਹ ਮਸ਼ੀਨਸ ਜਿਹੜੀਆਂ ਪ੍ਰੋਵਾਈਡ ਕਰਤੀਆਂ ਤਾਂ ਕਿ ਕਸਟਮਰ ਔਨਲਾਈਨ ਜਦੋਂ ਵੀ ਚੀਜ਼ ਖਰੀਦੇ ਤੇ ਜੇ ਕੋਲ ਕੈਸ਼ ਦੇਣ ਵਾਸਤੇ ਨਹੀਂ ਹੈਗਾ ਤੇ ਉਹ POS ਮਸ਼ੀਨ, ਪੁਆਇੰਟ ਆਫ ਸੇਲ ਮਸ਼ੀਨ ਦੇ ਬੇਸ ਦੇ ਉੱਤੇ POS ਜਾਂ ਸਵੈਪ ਮਸ਼ੀਨਸ ਵਗੈਰਾ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਤਾਂ ਕਿ ਉੱਥੇ ਕਾਰਡ ਸਵੈਪ ਕਰਕੇ ਚੀਜ਼ ਜਿਹੜੀ ਆ ਉਹਨਾਂ ਕੋਲ ਲੈ ਲਈ ਜਾਵੇ। ਜੇਕਰ ਉਹਨਾਂ ਕੋਲ ਕੈਸ਼ ਨਹੀਂ ਵੀ ਹੈਗਾ ਤੇ ਉਹ ਆਪਣੀ ਜਿਹੜੀ ਪੇਮੈਂਟ ਆ ਉਹ ਕ੍ਰੈਡਿਟ ਕਾਰਡ, ਡੈਬਿਟ ਕਾਰਡ ਇਹਨਾਂ ਦੇ ਥਰੂ ਜਿਹੜੀ ਆ ਉਹ ਕਰ ਸਕਣ। ਇਹ ਚੀਜ਼ ਜਿਹੜੀ ਉਹਨਾਂ ਨੇ ਕਰਤੀ ਤੇ ਉਹਨਾਂ ਨੇ ਆਪਣੀ ਕੰਪਨੀ ਦੇ ਫਿਰ ਬਿਜ਼ਨਸ ਜਿਹੜਾ ਵਾ ਉਹ ਚੇਂਜ ਕਰ ਲਿਆ ਤਾਂ ਕਿ ਜੇ ਕੈਸ਼ ਔਨ ਡਿਲੀਵਰੀ ਨਹੀਂ ਚੱਲਦੀ ਪਈ ਤੇ ਆਪਾਂ ਜਿਹੜੀਆਂ ਮਸ਼ੀਨਸ ਨੇ ਉਹ ਆਪਾਂ ਪ੍ਰੋਵਾਈਡ ਕਰ ਦਈਏ। ਇਹਦੇ ਨਾਲ ਫਿਰ ਬਿਜ਼ਨਸ ਜਿਹੜਾ ਉਹ ਕਰਨਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਕੰਪਲਸ਼ਨ ਟੂ ਰੀਸਟੋਰ ਈ ਪੇਮੈਂਟ ਕਿ ਜਦੋਂ ਡੀਮੋਨੇਟਾਈਜੇਸ਼ਨ ਕੀਤੀ ਗਈ ਤੇ ਜਿਹੜੀ ਰੂਟੀਨ ਨੇਚਰ ਦੀਆਂ ਚੀਜ਼ਾਂ ਸੀ ਜਾਂ ਖਰੀਦਣ ਵਾਲੀਆਂ ਚੀਜ਼ਾਂ ਸੀ ਉਹਨਾਂ ਦੀ ਪੇਮੈਂਟ ਕਰਨ ਵਾਸਤੇ ਵੀ ਲੋਕਾਂ ਨੂੰ ਜਿਹੜੀ ਆ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਆਈ। ਜਿਸ ਤਰ੍ਹਾਂ ਕਿ ਰੋਜ਼ ਹੁਣ ਆਪਾਂ ਦੁੱਧ ਆ, ਇਹੋ ਜਿਹੀਆਂ ਚੀਜ਼ਾਂ ਨੇ ਜਾਂ ਸਬਜ਼ੀ ਆ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ। ਤੇ ਉਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਫਿਰ ਈ ਪੇਮੈਂਟ ਸਿਸਟਮ ਦੇ ਨਾਲ ਕੀ ਹੋ ਗਿਆ ਕਿ ਜਿਹੜੇ ਦੁਕਾਨਦਾਰ ਨੇ, ਛੋਟੇ ਮੋਟੇ ਦੁਕਾਨਦਾਰ ਨੇ, ਉਹਨਾਂ ਨੇ ਵੀ ਪੇਟੀਐਮ ਵਗੈਰਾ, ਈ ਵਾਲਟ, ਪੇਟੀਐਮ, ਨੈੱਟ ਬੈਂਕਿੰਗ ਇਹਨਾਂ ਦਾ ਯੂਜ਼ ਕਰਨਾ ਸ਼ੁਰੂ ਕਰਤਾ ਤਾਂ ਕਿ ਜੇਕਰ ਕੋਈ ਕਸਟਮਰ ਮੇਰੇ ਕੋਲ ਚੀਜ਼ ਲੈਣ ਆਵੇ ਤੇ ਉਹਦੇ ਕੋਲ ਜੇ ਪੈਸੇ ਨਹੀਂ ਵੀ ਹੈਗੇ ਤੇ ਉਹ ਸਾਨੂੰ ਜਿਹੜਾ ਵਾ ਪੇਟੀਐਮ, ਈ ਵਾਲਟ ਵਗੈਰਾ ਜਿਹੜਾ ਉਹਨਾਂ ਨਾਲ ਪੇਮੈਂਟ ਜਿਹੜੀ ਆ ਉਹ ਕਰਦੇ। ਤੁਸੀਂ ਵੇਖੋ ਉਦੋਂ ਦੁਕਾਨਾਂ ਦੇ ਉੱਤੇ ਪੇਟੀਐਮ ਵਗੈਰਾ ਉਹਨਾਂ ਨੇ ਰੱਖ ਲਏ ਸੀ ਸਾਰਿਆਂ ਨੇ ਤੇ ਤੁਸੀਂ ਉਹ ਕੋਡ ਸਕੈਨ ਕਰਕੇ ਅਕਾਊਂਟ 'ਚੋਂ ਪੈਸੇ ਜਿਹੜੇ ਉਹਦੇ ਟ੍ਰਾਂਸਫਰ ਕਰ ਦਿੰਦੇ ਸੀ। ਹਰ ਇੱਕ ਦੁਕਾਨਦਾਰ ਪਹਿਲਾਂ ਤਾਂ ਨਹੀਂ ਸੀ ਚਾਹੁੰਦਾ ਕਿ ਆਪਾਂ ਇਹਦੇ ਨਾਲ ਪੇਮੈਂਟ ਕਰੀਏ, ਆਪਾਂ ਕੈਸ਼ ਹੀ ਲੈਣਾ ਵਾ। ਮਗਰ ਜਦੋਂ ਉਹਨੂੰ ਲੱਗਾ ਕਿ ਸਾਡਾ ਬਿਜ਼ਨਸ ਫਲੋਪ ਹੋ ਰਿਹਾ ਵਾ, ਘਟਦਾ ਪਿਆ ਦੁਕਾਨਦਾਰਾਂ ਨੇ, ਉਹਨਾਂ ਨੇ ਪੇਟੀਐਮ ਦੇ ਨਾਲ ਵੀ ਪੈਸੇ ਐਕਸੈਪਟ ਕਰਨੇ ਸ਼ੁਰੂ ਕਰਤੇ, ਡੈਬਿਟ ਕਾਰਡ ਦੇ ਨਾਲ ਵੀ ਐਕਸੈਪਟ ਕਰਨੇ ਸ਼ੁਰੂ ਕਰਤੇ ਤਾਂ ਕਿ ਜੇਕਰ ਕਸਟਮਰ ਆਵੇ ਤੇ ਕਸਟਮਰ ਜਿਹੜਾ ਵਾ ਉਹ ਸਾਨੂੰ ਪੇਮੈਂਟ ਜਿਹੜੀ ਆ ਇਹਨਾਂ ਨਾਲ ਵੀ ਕਰਕੇ ਚਲਾ ਜਾਏ, ਨਹੀਂ ਤਾਂ ਬਿਜ਼ਨਸ ਜਿਹੜਾ ਉਹਨਾਂ ਦਾ ਖਰਾਬ ਹੁੰਦਾ ਸੀ। ਇਹ ਵੀ ਇੰਪੈਕਟ ਪਿਆ ਕਿ ਲੋਕਾਂ ਨੂੰ ਈ ਪੇਮੈਂਟ ਕਰਨਾ ਸਿਸਟਮ ਜਿਹੜਾ ਕਰਨਾ ਉਹ ਆ ਗਿਆ।
फिर उस तो बाद अगे आ गया ई पेमेंट गैजेट सेल इनक्रीज मल्टीफोल्ड। ई पेमेंट गैजेट का मतलब ਜਿਹੜੀਆਂ गैजेट्स मशीनस ने जिन्हों के आप स्वैप करते ATM डेबिट कार्ड या पॉइंट ऑफ सेल मशीनस ने, ये सारिया मशीनों के ऑर्डर जोड़े आ इन्होंने ज़्यादा कंपनियों को मिलने शुरू हो गए क्योंकि गैजेट्स ज़्यादा बनने शुरू हो गए। जोड़े बैंक ने जिस तरह स्टेट बैंक आ, केनरा बैंक आ, यूनियन बैंक आ, इन्होंने भी किया कि मैन्युफैक्चरिंग कंपनियां जो कि स्वैपिंग मशीन वगैरह करदियां ने उन्होंने ऑर्डर देने शुरू करते ताकि जोड़े मर्चेंट्स का अकाउंट इन्होंने बैंकों च है उन्होंने मर्चेंट्स को बैंक आने की जरूरत ना पवे, उन्होंने मशीनस जड़ियाँ प्रोवाइड कर दी जाती। आप इस तरह ही करते ही आप दुकानों पर जाने आप कार्ड लैके स्वैप करते हैं तो उन्होंने मशीन रखी आ तो ऑटोमैटिकली साढ़े अकाउंट चो निकल के उस मशीन के राही पैसे जोड़े उन्होंने अकाउंट च चल जाते। तो यह सिस्टम उन्होंने जो शुरू करता ताकि जोड़े साढ़े दुकानदार ने जोड़े मर्चेंट्स ने उन्होंने कोई भी बिजनेस करने के प्रॉब्लम ना आए। तो इस करके जो ये चीज़ा प्रोवाइड की गई तो इन्होंने ई पेमेंट गैजेट जोड़े ने उन्होंने सेल बहुत ज़्यादा इनक्रीज जी हो गई। होर की इंपैक्ट पिया, ई वॉलेट कंपनियां बिजनेस एनहांस्ड मैनी टाइम। जोड़े ई वॉलेट कंपनियां ने जिस तरह आप पेटीएम आ, ऑक्सीजन वॉलेट आ, मोबीविक आ, रेजर पे आ, एयरटेल मनी आ, इहो जी चीज़ां जड़ियां वा वो कंपनियां का बिजनेस बहुत ज़्यादा बढ़ गया क्योंकि लोगों ने हुण ई पेमेंट सिस्टम यूज़ करना शुरू करता सी ते उन्होंने ई पेमेंट सिस्टम को खत्म मतलब कंप्लीट करने वास्ते उन्होंने लोगों ने फिर इन्होंने चीज़ों को जोड़ा वा ज़्यादा ऐप्स को डाउनलोड शुरू करता जिन्हें ऐप्स को डाउनलोड करने करके जोड़ियाँ ई वॉलेट कंपनीज़ ने उन्होंने बिजनेस जोड़ा वा बहुत ज़्यादा बढ़ गया। उन्होंने कई तरह दी टैक्नोलॉजीज़ कई तरह दी चीज़ां जोड़ियाँ इन्होंने ऐड ऑन कीतियां जिन्हों करके कि उन्होंने जोड़े लोग ने उन्होंने किसी भी तरीके की प्रॉब्लम जी ना आए पेमेंट करने के ये इंपैक्ट पिया उन्होंने। मतलब कहता कि जो डीमोनेटाइजेशन की गई करंसी नोट की उन्होंने ई बिजनेस लोगों जोड़ा ई पेमेंट वाल खिंचया गया ज़्यादा तो ज़्यादा लोगों को कैशलैस ट्रांजैक्शनस वाल लैके चलिया गया ताकि जोड़े लोग ने उन्होंने कैशलैस भी जिंदगी जीन का जोड़ा वा जी आदत जी पवे जिन्होंने पहलों तो बिजनेसिस कई बहुत ज़्यादा इंपैक्ट पिया मगर उन्होंने फिर अपने बिजनेस को सही करने वास्ते ई पेमेंट सिस्टम जोड़ा वा यूज़ शुरू करना करता। आप बहुत अजे तक पढ़िया वा कि जोड़ा ई पेमेंट डीमोनेटाइजेशन की गई है। डीमोनेटाइजेशन दे विच इहदा मतलब की आ कि रिटायर कर देनी जी एग्जिस्टिंग करंसी आ तो रिप्लेस कर देनी। फिर 3 बारी डीमोनेटाइजेशन की गई ताकि आप जी लास्ट टाइम की गई ताकि आप कैशलैस ट्रांजैक्शनस जो टैक्स चोरी करते हैं ब्लैक मनी आ फाइनैंसिंग एक्टिविटी टैररिस्ट द्वारा की जाती उन्होंने चीज़ों को रोक सकीए। इन्होंने डीमोनेटाइजेशन के इफैक्ट ये पे कि जी टैक्नोलॉजी आ वो काफ़ी ज़्यादा इनक्रीज आ गए लोग ज़्यादा तो ज़्यादा कोप अप कर लग पे टैक्नोलॉजी नाल ई ट्रांजैक्शन जड़ियाँ ने वध गई जोड़े लोग नहीं सी चाहते ऑनलाइन सिस्टम यूज़ करना उन्होंने भी इनू यूज़ करना शुरू करता। फिर ऑनलाइन बिजनेसिस जोड़े ने उन्होंने इंपैक्ट पे सी उन्होंने फिर की किया कि अपने इस इंपैक्ट तो बचन वास्ते बिजनेस खत्म हो रहा सी उन्होंने वो तो बचन वास्ते कैशलैस ट्रांजैक्शनस जड़ियाँ ने उन्होंने यूज़ करना शुरू करता। मशीनस वगैरह जी पॉइंट ऑफ सेल या स्वैपिंग मशीनस वगैरह फिर जोड़े ई पेमेंट सिस्टम जी आ जोड़े लोग छोटे मोटे दुकानदार सी उन्होंने भी मशीनस रख लिया उन्होंने भी लोगों को अलाउ करता कि तुसीं कैशलैस ई पेमेंट डेबिट कार्ड क्रेडिट कार्ड के थ्रू पेमेंट या पेटीएम के थ्रू पेमेंट करनी शुरू कर दो। फिर गैजेट्स की सेल बढ़ गई कि जड़ियाँ मशीनस उन्होंने सेल बढ़ गई उन्होंने ज़्यादा तो ज़्यादा प्रोडक्शन करनी पई कंपनियों को ताकि जोड़े हर एक कोल ये जी प्रोवाइड की जाए। फिर ई वॉलेट कंपनियों का बिजनेस जोड़ा वो बहुत ज़्यादा बढ़ गया क्योंकि हर एक बंदे ने अपने मोबाइल के पेटीएम वगैरह ई वॉलेट वगैरह जोड़े उन्होंने रखना शुरू करता उन्होंने बिजनेस जोड़े बहुत वध गए। बहुत बड़ा इंपॉर्टेंट क्वेश्चन है कई बार पेपर च आ जाता वा तुसीं इहनूं बड़े ध्यान दे नाल कर लेना। पेपर च क्वेश्चन आ जाता वा डिफाइन डीमोनेटाइजेशन एंड वट आर इट्स इंपैक्ट ऑन ई बिजनेस तो आप इहनूं एक मीनिंग डेफिनेशन तो आज जो भी तुहानूं दस्सिया वा इहनूं आपां तरीके दे नाल जिहड़ा वो अटैम्प्ट करना वा। वाहिगुरू जी का खालसा वाहिगुरू जी की फतेह।